8ਵੀਂ ਕਲਾਸ ਦੇ ਪਿਆਰੇ ਬੱਚਿਓ, ਇਸ ਵਾਰ ਪੈਸ ਬਾਈ ਮੰਥਲੀ ਪੇਪਰ ਜੋ ਹੋ ਰਹੇ ਹਨ ਉਹਨਾਂ ਦੇ ਹੇਠਾਂ ਤੁਸੀਂ ਨੋਟ ਕੀਤਾ ਹੋਵੇਗਾ ਕਿ ਵਿਊ ਸਕੋਰ ਨਹੀਂ ਆ ਰਹੇ, ਜਿਸ ਕਾਰਨ ਤੁਹਾਨੂੰ ਆਪਣੇ ਮਾਰਕਸ ਪਤਾ ਨਹੀਂ ਚੱਲ ਰਹੇ ਕਿ ਤੁਸੀਂ ਕਿਹੜੇ ਪੇਪਰ ਵਿੱਚ ਕਿੰਨੇ ਮਾਰਕਸ ਲਏ ਹਨ। ਤੁਸੀਂ ਇਸ ਵੀਡੀਓ ਰਾਹੀਂ ਆਪਣੇ ਸਕੋਰ ਜਾਣ ਸਕਦੇ ਹੋ। ਮੈਂ ਤੁਹਾਨੂੰ 8ਵੀਂ ਕਲਾਸ ਦਾ ਮੈਥ ਦਾ ਪੇਪਰ ਜੋ ਕਿ 22 ਤਰੀਕ ਨੂੰ ਹੋਇਆ ਸੀਗਾ ਉਸ ਨੂੰ ਸੋਲਵ ਕਰਵਾਵਾਂਗੀ ਅਤੇ ਨਾਲ-ਨਾਲ ਆਨਸਰ ਦੱਸਾਂਗੀ, ਜਿਸ ਦੇ ਨਾਲ ਤੁਸੀਂ ਆਪਣੇ ਆਨਸਰ ਮੈਚ ਕਰਕੇ ਆਪਣੇ ਸਕੋਰ ਪਤਾ ਕਰ ਸਕਦੇ ਹੋ। ਚੱਲਦੇ ਹਾਂ ਅਸੀਂ ਆਪਣੇ ਕੁਐਸਚਨ ਪੇਪਰ ਦੇ ਉੱਪਰ। ਇਹ ਸੀ ਸਾਡਾ ਕੁਐਸਚਨ ਪੇਪਰ 8ਵੀਂ ਕਲਾਸ ਮੈਥਮੈਟਿਕਸ ਦਾ, ਜਿਸ ਵਿੱਚ ਸਭ ਤੋਂ ਪਹਿਲੇ ਤੁਸੀਂ ਆਪਣਾ ਡਿਸਟ੍ਰਿਕਟ ਜਾਂ ਜ਼ਿਲ੍ਹੇ ਦਾ ਨਾਮ ਫਿਲ ਕਰਨਾ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਆਪਣੀ ਸਟੂਡੈਂਟ ਆਈਡੀ ਫਿਲ ਕਰੋਗੇ ਇੱਥੇ, ਔਰ ਉਸ ਤੋਂ ਬਾਅਦ ਤੁਸੀਂ ਆਪਣਾ ਪੇਪਰ ਸਟਾਰਟ ਕਰੋਗੇ। ਪਹਿਲਾ ਕੁਐਸਚਨ ਹੈ 2/3 ਡਿਵਾਈਡਡ ਬਾਈ 5/11। ਇਹਦੇ ਵਿੱਚ ਭਿੰਨਾਂ ਦੀ ਭਾਗ ਦੱਸੀ ਹੋਈ ਹੈ ਕਿ ਭਿੰਨਾਂ ਦੀ ਭਾਗ ਕਿਵੇਂ ਕਰਨੀ ਹੈ। ਤੇ ਭਿੰਨਾਂ ਦੀ ਭਾਗ ਜਾਂ ਫ੍ਰੈਕਸ਼ਨਸ ਨੂੰ ਡਿਵਾਈਡ ਕਰਨਾ ਹੋਵੇ ਤਾਂ ਉਹਦਾ ਪਹਿਲਾ ਸਟੈਪ ਕੀ ਹੁੰਦਾ ਹੈ ਕਿ ਇਹ ਜਿਹੜਾ ਸਾਡੇ ਕੋਲ ਨਿਸ਼ਾਨ ਹੈ ਡਿਵਾਈਡ ਦਾ, ਦੇਖੋ ਰਾਈਟ ਹੈਂਡ ਸਾਈਡ ਤੇ ਮਲਟੀਪਲਾਈ ਦੇ ਨਿਸ਼ਾਨ ਚੇਂਜ ਕੀਤਾ ਹੋਇਆ, ਤੇ ਸਾਡਾ ਪਹਿਲਾ ਸਟੈਪ ਵੀ ਇਹੀ ਹੁੰਦਾ ਹੈ ਕਿ ਪਹਿਲੀ ਜਿਹੜੀ ਫ੍ਰੈਕਸ਼ਨ ਹੈ ਉਹਨੂੰ ਐਜ਼ ਇਟ ਇਜ਼ ਹੀ ਲਿਖ ਦਿੱਤਾ ਜਾਂਦਾ ਹੈ, ਤੇ ਇਹ ਜਿਹੜਾ ਡਿਵਾਈਡ ਦਾ ਨਿਸ਼ਾਨ ਹੈ ਇਹਨੂੰ ਮਲਟੀਪਲਾਈ ਦੇ ਨਿਸ਼ਾਨ 'ਚ ਚੇਂਜ ਕਰਕੇ, ਤੇ ਬਾਕੀ ਜਿਹੜੀ ਟਰਮ ਬਚੀ ਸਾਡੇ ਕੋਲ ਅਗਲੀ ਫ੍ਰੈਕਸ਼ਨ ਕਿਹੜੀ ਬਚੀ ਹੈ 5/11, ਤੇ ਉਹ ਕੀ ਹੋ ਜਾਏਗੀ ਉਲਟਾ ਹੋ ਜਾਏਗੀ। 5/11 ਦਾ ਉਲਟ ਕਰ ਦਾਂਗੇ ਅਸੀਂ 11/5 ਬਣ ਜਾਏਗਾ। ਤੇ ਅਸੀਂ ਕੀ ਕੀਤਾ 5/11 ਦਾ ਉਲਟ ਕਰਮ, ਤੇ ਸਾਡੇ ਕੋਲ ਫਿਰ ਆਪਸ਼ਨ ਕਿਹੜੀ ਆ ਜਾਏਗੀ 5/11 ਦਾ ਉਲਟ ਕਰਮ ਕਿੱਥੇ ਲਿਖਿਆ ਹੋਇਆ ਆ ਦੇਖੋ ਸੈਕਿੰਡ ਵਾਲੀ ਆਪਸ਼ਨ ਤੇ ਲਿਖਿਆ 5/11। ਇਹ ਸਾਡੇ ਕੋਲ ਫਿਰ ਆਨਸਰ ਆ ਜਾਏਗਾ ਰੈਸੀਪ੍ਰੋਕਲ ਆਫ 5/11, 5/11 ਦਾ ਉਲਟ ਕਰਮ। ਇਹ ਸਾਡੇ ਕੋਲ ਹੋਏਗਾ ਇਹਦਾ ਰਾਈਟ ਆਨਸਰ। ਕੁਐਸਚਨ ਨੰਬਰ 2, 15 added to thrice in a whole number gives 93. Find the number. ਇੱਕ ਪੂਰਨ ਸੰਖਿਆ ਦੇ 3 ਗੁਣਾ ਵਿੱਚ 15 ਜੋੜਨ ਤੇ 93 ਪ੍ਰਾਪਤ ਹੁੰਦਾ ਹੈ, ਉਹ ਸੰਖਿਆ ਪਤਾ ਕਰੋ। ਅਸੀਂ ਮੰਨ ਲੈਂਦੇ ਹਾਂ ਕਿ ਉਹ ਜਿਹੜੀ ਪੂਰਨ ਸੰਖਿਆ ਵਾ ਉਹ x ਹੈ। x ਦੀ ਜਗ੍ਹਾ ਤੇ ਅਸੀਂ ਕੋਈ ਵੀ ਚੱਲ ਸੰਖਿਆ ਮੰਨ ਸਕਦੇ ਹਾਂ, y z ਕੁਝ ਵੀ ਮੰਨ ਸਕਦੇ ਹਾਂ। ਅਸੀਂ ਇੱਥੇ ਮੰਨ ਲਈ ਪੂਰਨ ਸੰਖਿਆ x, ਉਸ ਦਾ 3 ਗੁਣਾ ਮਤਲਬ 3x ਵਿੱਚ 15 ਜੋੜਨ ਤੇ, 15 ਜੋੜਨ ਤੇ ਮਤਲਬ ਪਲੱਸ 15 ਲਿਖ ਦਿੰਦੇ ਹਾਂ। 93 ਪ੍ਰਾਪਤ ਹੁੰਦਾ ਹੈ, ਮਤਲਬ ਪ੍ਰਾਪਤ ਕਿੰਨਾ ਹੁੰਦਾ ਹੈ ਬਰਾਬਰ 93। ਹੁਣ ਇਹ ਸਾਡੇ ਕੋਲ ਸਮੀਕਰਨ ਬਣ ਗਈ, ਇਹਨੂੰ ਸੋਲਵ ਕਰ ਲੈਂਦੇ ਹਾਂ। x ਦੀ ਫਾਰਮ 'ਚ ਹੈਗੀ ਹੈ ਸਮੀਕਰਨ, x ਵਾਲੀਆਂ ਰਕਮਾਂ ਨੂੰ ਇੱਧਰ ਰਹਿਣ ਦਿੰਦੇ ਹਾਂ, ਬਾਕੀ ਜਿਹੜੀ ਸਾਡੇ ਕੋਲ ਚੀਜ਼ ਬਚ ਗਈ ਉਹ ਸੀਗਾ ਸਾਡੇ ਕੋਲ ਪਲੱਸ ਦਾ 15, ਇਹ ਉੱਧਰ ਚਲ ਜਾਏਗਾ ਤੇ ਉਹ ਹੋ ਜਾਏਗਾ ਮਾਈਨਸ ਦੇ ਵਿੱਚ। ਇਹ ਆ ਗਿਆ ਸਾਡੇ ਕੋਲ 93 ਮਾਈਨਸ 15, 93 ਦੇ ਵਿੱਚ 15 ਘਟਾਏ 78, ਇੱਧਰ ਸਾਡੇ ਕੋਲ 3x ਹੈਗਾ, ਇੱਥੋਂ ਅਸੀਂ x ਦੀ ਵੈਲਿਊ ਕੱਢ ਲਾਂਗੇ, ਇਹ ਆ ਜਾਏਗਾ ਸਾਡੇ ਕੋਲ 78/3 ਵਿਚ ਇਜ਼ ਇਕੁਅਲ ਟੂ 26। 78 ਨੂੰ 3 ਨਾਲ ਭਾਗ ਕਰਕੇ ਦੇਖੋ, ਡਿਵਾਈਡ ਕਰਕੇ ਦੇਖੋ, ਸਾਡੇ ਕੋਲ ਆਨਸਰ ਆ ਜਾਏਗਾ 26, ਔਰ ਪਹਿਲੀ ਆਪਸ਼ਨ ਤੇ ਪਿਆ 26, ਇਸ ਕਰਕੇ ਸੈਕਿੰਡ ਕੁਐਸਚਨ ਦਾ ਆਨਸਰ ਆਏਗਾ 26। ਅਗਲਾ ਕੁਐਸਚਨ, ਕੁਐਸਚਨ ਨੰਬਰ 3, ਨੰਬਰ 53,934 is divisible by which of the following number? ਹੇਠਾਂ ਲਿਖਿਆਂ ਵਿੱਚੋਂ ਸੰਖਿਆ 53,934 ਕਿਸ ਸੰਖਿਆ ਨਾਲ ਭਾਜਯੋਗ ਹੈ? ਇਹ ਜਿਹੜੇ ਕੁਐਸਚਨਸ ਨੇ ਭਾਜਯੋਗਤਾ ਵਾਲੇ, ਇਹ ਤੁਸੀਂ 6ਵੀਂ ਕਲਾਸ ਦੇ ਵਿੱਚ ਵੀ ਪੜ੍ਹੇ ਹੋਏ ਨੇ। ਇਹਨਾਂ ਦੇ ਕੁਝ ਨਿਯਮ ਸੀਗੇ ਕਿ ਜਿਹੜਾ ਵੀ ਤੁਹਾਨੂੰ ਨੰਬਰ ਦਿੱਤਾ ਹੈ ਇਹਨੂੰ ਬਿਨਾਂ ਡਿਵਾਈਡ ਕੀਤਿਆਂ ਦੇਖਣਾ ਹੈ, ਪਹਿਚਾਨ ਕਰਨੀ ਹੈ ਕਿ ਹੇਠਾਂ ਦਿੱਤੇ ਵਿੱਚੋਂ ਕਿਹਦੇ ਨਾਲ ਇਹ ਪੂਰਾ ਭਾਜਯੋਗ ਹੋ ਜਾਏਗਾ। ਪਹਿਲੇ ਅਸੀਂ 5 ਨੂੰ ਚੈੱਕ ਕਰ ਲੈਂਦੇ ਹਾਂ। 5 ਵਾਸਤੇ ਸਾਨੂੰ ਕੀ ਚਾਹੀਦਾ, ਜੇ ਤੇ ਸਾਡੇ ਕੋਲ ਇਕਾਈ ਸਥਾਨ ਤੇ ਆ ਦੇਖੋ ਯੂਨਿਟ ਪਲੇਸ ਤੇ ਜੇ ਤੇ 5 ਪਿਆ ਹੋਵੇ ਜਾਂ 0 ਹੋਵੇ, ਇਹਦਾ ਮਤਲਬ ਉਹ 5 ਨਾਲ ਭਾਗਯੋਗ ਹੋ ਸਕਦਾ ਹੈ। ਇਸ ਕਰਕੇ ਪਹਿਲੀ ਆਪਸ਼ਨ ਤੇ ਸਾਡੇ ਕੋਲ ਰੋਂਗ ਆ ਗਈ, ਕਿਉਂਕਿ ਇੱਥੇ ਯੂਨਿਟ ਪਲੇਸ ਤੇ ਕੀ ਪਿਆ ਹੋਇਆ 4, ਇਹਦਾ ਮਤਲਬ ਇਹ 5 ਨਾਲ ਭਾਗ ਨਹੀਂ ਹੋ ਸਕਦਾ। ਉਸ ਤੋਂ ਬਾਅਦ ਦੇਖੋ 4 ਨੂੰ ਚੈੱਕ ਕਰਦੇ ਹਾਂ, ਠੀਕ ਹੈ। 4 ਦੀ ਭਾਜਯੋਗਤਾ ਚੈੱਕ ਕਰਨ ਵਾਸਤੇ ਅਸੀਂ ਕੀ ਕਰਦੇ ਹਾਂ, 2 ਸਥਾਨ ਲੈ ਲੈਂਦੇ ਹਾਂ। ਇਹਦਾ 2 ਸਥਾਨ ਕਿਹੜੇ ਨੇ, ਇਕਾਈ ਸਥਾਨ ਤੇ ਇੱਕ 4, ਇੱਕ ਹੈਗਾ 3। ਇਹਨਾਂ ਦੋਨਾਂ ਨੂੰ, ਇਹਦਾ ਰੂਲ ਹੁੰਦਾ ਹੈ ਕਿ 4 ਦੀ ਭਾਜਯੋਗਤਾ ਉਹ ਹੁੰਦੀ ਹੈ ਜਦੋਂ ਇਕਾਈ ਤੇ ਦਹਾਈ ਦੇ ਸਥਾਨਾਂ ਦੇ ਅੰਕ ਤੋਂ ਬਣੀ ਹੋਈ ਸੰਖਿਆ ਨੂੰ 4 ਨਾਲ ਭਾਗ ਕਰਕੇ ਦੇਖੋ, ਜੇ ਤੇ ਉਹ ਪੂਰੀ ਭਾਗ ਹੋ ਜਾਏਗੀ ਇਹਦਾ ਮਤਲਬ 4 ਨਾਲ ਭਾਜਯੋਗ ਹੈਗੀ ਹੈ। ਹੁਣ 34 ਨੂੰ ਅਸੀਂ ਡਿਵਾਈਡ ਕਰਾਂਗੇ, ਦੇਖੋ 4 ਨਾਲ ਡਿਵਾਈਡ ਕਰਕੇ ਦੇਖੋ, 8 ਚੌਕਾ 32 ਆ ਗਿਆ, ਬਾਕੀ ਕਿੰਨਾ ਬਚ ਗਿਆ 2, ਇਹਦਾ ਮਤਲਬ ਪੂਰਾ ਭਾਗ ਨਹੀਂ ਹੋਇਆ। ਇਟ ਮੀਨਸ ਇਹ 4 ਨਾਲ ਵੀ ਭਾਗਯੋਗ नहीं होगी, ये पूरी संख्या 4 नाल भागयोग नहीं है। अगला चेक करते हैं 3।
ਹੁਣ ਦੇਖੋ 3 ਦੀ ਭਾਗਯੋਗਤਾ ਚੈੱਕ ਕਰਨ ਵਾਸਤੇ ਅਸੀਂ ਕੀ ਕਰਦੇ ਹਾਂ, ਸਾਰੇ ਜਿੰਨੇ ਵੀ ਨੰਬਰਸ ਨੇ ਜਿਹੜੇ ਵੀ ਸਾਨੂੰ ਅੰਕ ਦਿੱਤੇ ਹੋਏ ਆ ਸਾਰਿਆਂ ਨੂੰ ਪਲੱਸ ਕਰ ਲਓ। 5 ਜਮਾ 3 ਜਮਾ 9 ਜਮਾ 3 ਜਮਾ 4, ਇਹਨਾਂ ਸਾਰਿਆਂ ਨੂੰ ਪਲੱਸ ਕਰਕੇ ਦੇਖੋ ਜੇ ਇਹਦਾ ਜਵਾਬ 3 ਦਾ ਗੁਣਜ ਆ ਜਾਂਦਾ ਹੈ ਫਿਰ ਇਹ ਸੰਖਿਆ 3 ਨਾਲ ਭਾਗ ਹੁੰਦੀ ਹੈ। 5 ਤੇ 3 ਕਿੰਨਾ ਬਣ ਗਿਆ 8, 8 ਤੇ 9 17, 17 ਤੇ 3 20, 20 ਤੇ 4 24, ਸਾਡੇ ਕੋਲ ਆਨਸਰ ਕਿੰਨਾ ਆ ਗਿਆ 24। ਹੁਣ ਦੇਖੋ 24 ਜਿਹੜਾ ਉਹ ਕੀ 3 ਨਾਲ ਭਾਜਯੋਗ ਹੈਗਾ ਆ 8 ਦੀ 24 ਹੁੰਦਾ ਹੈ, ਇਸ ਕਰਕੇ ਸਾਡੇ ਕੋਲ ਆਨਸਰ ਆ ਜਾਏਗਾ ਆ 3 ਵਾਲਾ ਕਿ ਜਿਹੜਾ 53,934 ਜਿਹੜੀ ਰਕਮ ਦਿੱਤੀ ਹੋਈ ਹੈ ਉਹ ਸੰਖਿਆ 3 ਨਾਲ ਭਾਜਯੋਗ ਹੈਗੀ ਹੈ। ਠੀਕ ਹੈ, ਅਗਲਾ ਕੁਐਸਚਨ ਕਰਦੇ ਹਾਂ। ਕੁਐਸਚਨ ਨੰਬਰ 4, in the given polygon BO is equal to 7x plus 4 and OD is equal to 18, find x। ਦਿੱਤੇ ਬਹੁਭੁਜ ਵਿੱਚ BO ਬਰਾਬਰ ਹੈ 7x ਜਮਾ 4 ਤੇ OD ਬਰਾਬਰ ਹੈ 18। ਅਸੀਂ ਇਹਦੇ ਵਿੱਚੋਂ x ਦਾ ਮੁੱਲ ਪਤਾ ਕਰਨਾ ਹੈ। ਸਾਨੂੰ ਗਿਵਨ ਹੈ BO, ਇਹਦੀ ਵੈਲਿਊ ਗਿਵਨ ਹੈ 7x ਜਮਾ 4। ਇਸੇ ਤਰ੍ਹਾਂ OD ਦੀ ਵੈਲਿਊ ਗਿਵਨ ਹੈ 18 ਤੇ ਅਸੀਂ ਜਾਣਦੇ ਹਾਂ ਕਿ ਇਹ ਜਿਹੜਾ ਡਾਇਗਰਾਮ ਹੈ ਇੱਕ ਸਮਾਂਤਰ ਚਤੁਰਭੁਜ ਦਾ ਡਾਇਗਰਾਮ ਹੈ ਜਿਸ ਦਾ ਇੱਕ ਗੁਣ ਹੁੰਦਾ ਹੈ ਕਿ ਇਸ ਦੇ ਵਿਕਰਨ ਇੱਕ ਦੂਸਰੇ ਨੂੰ ਸਮਦੁਭਾਜਿਤ ਕਰਦੇ ਹਨ। ਇਹਦਾ ਮਤਲਬ BO ਜਿਹੜਾ BO ਹੈ ਉਹ OD ਦੇ ਬਰਾਬਰ ਹੋਵੇਗਾ। BO ਦੀ ਵੈਲਿਊ ਤੇ ਫਿਲ ਕਰ ਦਿਓ 7x ਜਮਾ 4, OD ਦੀ ਵੈਲਿਊ ਫਿਲ ਕਰ ਦਿਓ 18 ਦਿੱਤੀ ਹੋਈ ਹੈ। ਇਹ ਸਾਡੇ ਕੋਲ ਇੱਕ ਚੱਲ ਵਾਲੀ x ਵਾਲੀ ਸਮੀਕਰਨ ਬਣ ਗਈ। ਇਹਨੂੰ ਸੋਲਵ ਕਰ ਲਾਂਗੇ। ਇਹ ਜਿਹੜਾ ਜਮਾ ਦਾ 4 ਹੈ ਉਧਰ ਜਾ ਕੇ 18 ਵਿੱਚੋਂ ਮਾਈਨਸ ਹੋ ਜਾਏਗਾ, ਇਹ ਸਾਡੇ ਕੋਲ ਆ ਜਾਏਗਾ 14 ਤੇ x ਦੀ ਵੈਲਿਊ ਆ ਗਈ 14/7 ਵਿਚ ਇਜ਼ ਇਕੁਅਲ ਟੂ 2। 7 ਦੂਣੀ 14, ਇਸ ਕਰਕੇ x ਦੀ ਵੈਲਿਊ ਕਿੰਨੀ ਹੋਗੀ 2। ਇਹੀ ਸਾਡੇ ਕੋਲ ਪੁੱਛਿਆ ਗਿਆ ਸੀਗਾ। ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਅਗਲੇ ਕੁਐਸਚਨ ਦੇ ਉੱਪਰ। ਅਗਲਾ ਕੁਐਸਚਨ ਹੈ ਦ ਰੇਂਜ ਆਫ ਦਾ ਡਾਟਾ। ਇਹ ਸਾਡੇ ਕੋਲ ਡਾਟਾ ਦਿੱਤਾ ਹੋਇਆ, ਅੰਕੜੇ ਦਿੱਤੇ ਹੋਏ ਆ, ਇਹਨਾਂ ਵਿੱਚੋਂ ਅਸੀਂ ਉਹਦੀ ਵਿਚਲਨ ਸੀਮਾ ਪਤਾ ਕਰਨੀ ਹੈ, ਰੇਂਜ ਪਤਾ ਕਰਨੀ ਹੈ। ਤੇ ਅਸੀਂ ਰੇਂਜ ਪਤਾ ਕਰਨ ਦਾ ਕੀ ਫਾਰਮੂਲਾ ਹੁੰਦਾ ਹੈ, ਰੇਂਜ ਇਜ਼ ਇਕੁਅਲ ਟੂ ਅਪਰ ਲਿਮਿਟ। ਜਿਹੜੀ ਅਪਰ ਲਿਮਿਟ ਹੈ ਮਤਲਬ ਸਭ ਤੋਂ ਉੱਪਰਲੀ ਸੀਮਾ ਹੈ, ਉਹਦੇ ਵਿੱਚੋਂ ਹੇਠਲੀ ਸੀਮਾ ਨੂੰ ਅਸੀਂ ਮਾਈਨਸ ਕਰ ਲਾਂਗੇ ਤੇ ਸਾਡੇ ਕੋਲ ਆਨਸਰ ਆ ਜਾਏਗਾ ਰੇਂਜ ਦਾ ਜਾਂ ਵਿਚਲਨ ਸੀਮਾ ਦਾ। ਹੁਣ ਦੇਖੋ ਇਹਦੇ 'ਚ ਸਭ ਤੋਂ ਵੱਡਾ ਅੰਕੜਾ ਕਿਹੜਾ ਹੈ, ਧਿਆਨ ਨਾਲ ਦੇਖੋ। ਇਸ ਅੰਕੜੇ ਵਿੱਚੋਂ ਸਭ ਤੋਂ ਵੱਡਾ ਅੰਕੜਾ ਹੈ 61, ਅਸੀਂ ਲਿਖ ਲਿਆ 61। ਠੀਕ ਹੈ, ਮਾਈਨਸ ਕਰਾਂਗੇ ਸਭ ਤੋਂ ਛੋਟਾ ਅੰਕੜਾ। ਸਭ ਤੋਂ ਛੋਟਾ ਅੰਕੜਾ ਦੇਖੋ ਲੱਭੋ ਇਹਨਾਂ 'ਚੋਂ। ਸਭ ਤੋਂ ਛੋਟਾ ਅੰਕੜਾ ਕਿਹੜਾ ਆ ਰਿਹਾ 20। 20 ਤੋਂ ਛੋਟਾ ਕੋਈ ਨਹੀਂ ਨਾ ਹੈਗਾ ਤੇ ਸਭ ਤੋਂ ਛੋਟਾ ਅਸੀਂ ਲਿਖ ਲੈਣਾ 20। ਇਹਨਾਂ ਦੋਨਾਂ ਨੂੰ ਮਾਈਨਸ ਕਰ ਦਿਓ, ਆਨਸਰ ਕਿੰਨਾ ਆ ਗਿਆ 61 ਵਿੱਚੋਂ 20 ਮਾਈਨਸ ਕਰਕੇ 41 ਆਨਸਰ ਆ ਗਿਆ 41। ਇਹ ਆ ਗਿਆ ਸਾਡੇ ਕੋਲ ਤੀਸਰੀ ਵਾਲੀ ਆਪਸ਼ਨ 41। ਅਗਲਾ ਕੁਐਸਚਨ ਕਰਦੇ ਹਾਂ। The sum of successive odd numbers 1 3 5 7 9 11 13 and 15 is। ਲਗਾਤਾਰ ਟਾਂਗ ਸੰਖਿਆਵਾਂ 1 ਤੋਂ ਲੈ ਕੇ 15 ਤੱਕ ਦਾ ਜੋੜਫਲ ਪਤਾ ਕਰੋ। ਅਸੀਂ ਕੀ ਕਰਨਾ ਹੈ, ਸਾਰੀਆਂ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਹੈ। ਇਹਦਾ ਇੱਕ ਸੌਖਾ ਤਰੀਕਾ ਹੁੰਦਾ ਹੈ ਕਿ ਜਦੋਂ ਵੀ ਲਗਾਤਾਰ ਟਾਂਗ ਸੰਖਿਆਵਾਂ ਦਾ ਜੋੜਫਲ ਪਤਾ ਕਰਨਾ ਹੈ ਤਾਂ ਤੁਸੀਂ ਫਾਰਮੂਲਾ ਅਪਲਾਈ ਕਰਨਾ ਹੈ n²। n ਦਾ ਮਤਲਬ ਹੈ ਜਿੰਨੀਆਂ ਵੀ ਸੰਖਿਆਵਾਂ ਸਾਨੂੰ ਦਿੱਤੀਆਂ ਨੇ, ਸੰਖਿਆਵਾਂ ਦੀ ਗਿਣਤੀ। ਤੇ ਸਾਡੇ ਕੋਲ ਕਿੰਨੀ ਹੈ 1 2 3 4 5 6 7 8 8 ਸੰਖਿਆਵਾਂ ਨੇ ਤੇ ਤੁਸੀਂ ਕੀ ਕਰੋਗੇ 8 ਦੀ ਪਾਵਰ 2 ਕਰ ਦਿਓ ਤੇ ਸਾਡੇ ਕੋਲ ਆਨਸਰ ਆ ਜਾਏਗਾ 64। ਠੀਕ ਹੈ, ਇਹ ਸਾਡੇ ਕੋਲ ਆਨਸਰ ਆ ਗਿਆ। ਦੂਸਰਾ ਤਰੀਕਾ ਵੀ ਹੈ, ਤੁਸੀਂ ਕੀ ਕਰੋਗੇ ਸਾਰੀਆਂ ਸੰਖਿਆਵਾਂ ਦਾ ਸਮ ਕਰ ਲਓ, ਪਲੱਸ ਕਰ ਦਿਓ ਤਾਂ ਵੀ 64 ਹੀ ਆਏਗਾ। ਲੇਕਿਨ ਇਹ ਜਿਹੜਾ ਤਰੀਕਾ ਸੀਗਾ ਇਹ ਸੌਖਾ ਹੈ, ਜਦੋਂ ਬਹੁਤ ਜ਼ਿਆਦਾ ਸੰਖਿਆਵਾਂ ਆ ਜਾਣ ਤੇ ਉਹਨਾਂ ਨੂੰ ਜੋੜ ਕਰਨਾ ਔਖਾ ਹੋ ਜਾਂਦਾ ਹੈ। ਤੁਸੀਂ ਸਿੰਪਲ ਗਿਣ ਲਓ ਕਿੰਨੀਆਂ ਸੰਖਿਆਵਾਂ ਨੇ, ਉਹਨਾਂ ਦੀ ਪਾਵਰ 2 ਕਰ ਦਿਓ ਤੇ ਉਹ ਸਾਡੇ ਕੋਲ ਆਨਸਰ ਆ ਜਾਏਗਾ। ਅਗਲਾ ਕੁਐਸਚਨ ਕਰਦੇ ਹਾਂ। 7th ਕੁਐਸਚਨ, which letter represent the location of 25 on the number line। ਕਿਹੜਾ ਅੱਖਰ ਇੱਕ ਸੰਖਿਆ ਤੇ ਵਰਗਮੂਲ 25 ਦੇ ਸਥਾਨ ਨੂੰ ਦਰਸਾਉਂਦਾ ਹੈ। ਸਾਡੇ ਕੋਲ ਇੱਕ ਸੰਖਿਆ ਰੇਖਾ ਦਿੱਤੀ ਗਈ ਹੈ, ਆ ਦੇਖੋ A ਤੋਂ ਲੈ ਕੇ D ਤੱਕ ਇੱਕ ਸੰਖਿਆ ਰੇਖਾ ਆ ਰਹੀ ਹੈ। ਇਹਦੇ ਵਿੱਚ 1 2 0 1 2 3 4 5 6 7 ਲਿਖਿਆ ਹੋਇਆ। ਅਸੀਂ ਕੀ ਲੱਭਣਾ ਹੈ, ਵਰਗਮੂਲ 25 ਦੇ ਸਥਾਨ ਨੂੰ ਕਿਹੜਾ ਅੱਖਰ ਦਰਸਾਉਂਦਾ ਹੈ। ਵਰਗਮੂਲ 25 ਦੀ ਵੈਲਿਊ ਤਾਂ ਪਤਾ ਹੈ ਕਿੰਨੀ ਹੁੰਦੀ ਹੈ 5। ਠੀਕ ਹੈ ਨਾ, ਵਰਗਮੂਲ 25 ਦੀ ਕੀਮਤ ਕਿੰਨੀ ਹੁੰਦੀ ਹੈ 5 ਤੇ 5 ਕਿੱਥੇ ਹੈ ਸਾਡੇ ਕੋਲ C ਵਾਲੇ ਪੁਆਇੰਟ ਤੇ ਸਾਡਾ ਆਨਸਰ ਆ ਜਾਏਗਾ ਫਿਰ C ਰਾਈਟ ਆਪਸ਼ਨ। ਅਗਲਾ ਕੁਐਸਚਨ ਕਰਦੇ ਹਾਂ। 8th ਕੁਐਸਚਨ, which of the following number is not a perfect cube।
ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੂਰਨ ਘਣ ਨਹੀਂ ਹੈ। ਤੁਸੀਂ ਸਾਰੇ ਬੱਚਿਆਂ ਨੇ ਯਾਦ ਕੀਤੇ ਹੀ ਹੋਣਗੇ 1 ਤੋਂ ਲੈ ਕੇ 10 ਤੱਕ ਦੇ ਘਣ, ਠੀਕ ਹੈ। ਤੇ 216 ਕਿਦੋਂ ਆਉਂਦਾ ਹੈ, ਜਦੋਂ 6 ਦੀ ਪਾਵਰ ਅਸੀਂ 3 ਕਰਦੇ ਹਾਂ। 6 ਛਿਕਾ 36, 36 ਛਿਕਾ 216। ਇਸੇ ਤਰ੍ਹਾਂ 125 ਕਿਦੋਂ ਆਉਂਦਾ ਹੈ, ਜਦੋਂ ਅਸੀਂ 5 ਦਾ ਘਣ ਕਰਦੇ ਹਾਂ। 5 5 25 ਤੇ 5 5 125। ਇਸੇ ਤਰ੍ਹਾਂ ਹੀ ਜਦੋਂ ਅਸੀਂ 7 ਦਾ ਘਣ ਕਰਦੇ ਹਾਂ ਤੇ ਸਾਡੇ ਕੋਲ ਜਵਾਬ ਆਉਂਦਾ ਹੈ 343। 7 7 49 ਤੇ 49 ਨੂੰ ਫੇਰ 7 ਨਾਲ ਗੁਣਾ ਕਰੋ ਤੇ ਆ ਜਾਏਗਾ 343। ਸਿਰਫ 576 ਜਿਹੜਾ ਵਾ ਉਹ ਪੂਰਨ ਘਣ ਨਹੀਂ ਹੈ, ਇਸ ਕਰਕੇ ਆਹੀ ਸਾਡੀ ਆਪਸ਼ਨ ਹੋਏਗੀ। If the unit place of the number is 6, then what will be the unit place of its cube? ਜੇ ਕਿਸੇ ਸੰਖਿਆ ਦਾ ਇਕਾਈ ਵਾਲਾ ਅੰਕ 6 ਹੋਵੇ ਤਾਂ ਉਸ ਦੀ ਘਣ ਦੀ ਇਕਾਈ ਵਾਲਾ ਅੰਕ ਕੀ ਹੋਵੇਗਾ। ਜਦੋਂ ਕਿਸੇ ਅਸੀਂ ਸੰਖਿਆ, ਕੋਈ ਵੀ ਸੰਖਿਆ ਹੈ, ਉਹਦੇ ਇਕਾਈ ਸਥਾਨ 'ਤੇ ਅਗਰ 6 ਲਿਖਿਆ ਹੈ ਤੇ ਉਹ ਸਾਰੀ ਸੰਖਿਆ ਦਾ ਅਸੀਂ ਕਿਊਬ ਕਰ ਦਈਏ, ਠੀਕ, ਘਣ ਕਰੀਏ, ਤਾਂ ਉਹਦਾ ਜਿਹੜਾ ਵੀ ਆਨਸਰ ਆਏਗਾ ਉਹਦੇ ਫਸਟ ਪਲੇਸ, ਯੂਨਿਟ ਪਲੇਸ ਦੇ ਉੱਪਰ ਕਿਹੜਾ ਅੰਕ ਹੋਵੇਗਾ, 6 ਹੀ ਹੋਵੇਗਾ। ਤੇ ਸਾਡੇ ਕੋਲ ਆਨਸਰ ਆ ਜਾਏਗਾ ਇਹਦਾ 6। ਕਿਵੇਂ, ਨਹੀਂ ਤਾਂ ਤੁਸੀਂ ਕਰਕੇ ਦੇਖ ਲਓ, 6 ਮਲਟੀਪਲਾਈ 6 ਮਲਟੀਪਲਾਈ 6, ਠੀਕ ਹੈ। ਇਹ ਆਨਸਰ ਕਿੰਨਾ ਆ ਜਾਏਗਾ ਸਾਡੇ ਕੋਲ 216। ਇਹਦਾ ਮਤਲਬ 6 ਦਾ ਜਦੋਂ ਅਸੀਂ ਘਣ ਕਰਾਂਗੇ ਤੇ ਉਹਦੇ ਯੂਨਿਟ ਪਲੇਸ 'ਤੇ, ਉਹਦੇ ਇਕਾਈ ਵਾਲੀ ਸਥਾਨ 'ਤੇ ਵੀ 6 ਹੀ ਹੋਵੇਗਾ। ਅਗਲਾ ਕੁਐਸਚਨ ਕਰਦੇ ਹਾਂ। 10ਵਾਂ ਕੁਐਸਚਨ, ਨੰਬਰ 1 to 10 are written on 10 separate slips. One number on one slip, kept in a box and mixed well. One slip is chosen from the box without looking into it. What is the probability of getting a one-digit number? 10 ਵੱਖਰੀਆਂ ਸਲਿੱਪਾਂ ਤੇ 1 ਤੋਂ ਲੈ ਕੇ 10 ਤੱਕ ਦੇ ਨੰਬਰ ਲਿਖੇ ਹੋਏ ਨੇ। ਇਹਨਾਂ ਨੂੰ ਇੱਕ ਬਕਸੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ। ਬਿਨਾਂ ਦੇਖੇ ਇੱਕ ਪਰਚੀ ਨੂੰ ਬਾਹਰ ਕੱਢਿਆ ਜਾਂਦਾ ਹੈ। ਇੱਕ ਅੰਕ ਵਾਲੀ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੋਵੇਗੀ। ਦੇਖੋ 1 ਤੋਂ ਲੈ ਕੇ 10 ਤੱਕ ਨੰਬਰ ਲਿਖੇ ਗਏ ਨੇ ਸਾਰੀਆਂ ਪਰਚੀਆਂ ਦੇ ਉੱਪਰ, ਠੀਕ ਹੈ। ਤੇ 1 ਤੋਂ ਲੈ ਕੇ 9 ਤੱਕ, ਜਦੋਂ ਅਸੀਂ 1 ਤੋਂ ਲੈ ਕੇ 9 ਤੱਕ ਸੰਖਿਆਵਾਂ ਕਿਹੜੀਆਂ ਨੇ, 1 ਤੋਂ ਲੈ ਕੇ 9 ਤੱਕ ਜਿਨ੍ਹਾਂ ਦੇ ਕੋਲ ਸਿਰਫ ਇੱਕ ਅੰਕ ਹੈ। ਟੋਟਲ ਫਿਰ ਕਿੰਨੀਆਂ ਸੰਖਿਆਵਾਂ ਹੋ ਗਈਆਂ, 9 ਸੰਖਿਆਵਾਂ ਹੋ ਗਈਆਂ। ਤੇ ਸਾਡੇ ਕੋਲ ਪ੍ਰੋਬੇਬਿਲਿਟੀ ਫਿਰ ਕਿੰਨੀ ਆ ਗਈ, 9/10। ਕਿਉਂਕਿ ਪ੍ਰੋਬੇਬਿਲਿਟੀ ਦਾ ਫਾਰਮੂਲਾ ਹੁੰਦਾ ਹੈ ਪ੍ਰੋਬੇਬਿਲਿਟੀ ਆਫ ਇਵੈਂਟ, ਸੰਭਾਵਨਾ ਇਜ਼ ਇਕੁਅਲ ਟੂ परिणामां ਦੀ ਸੰਖਿਆ ਜਿਸ ਵਿੱਚ ਘਟਨਾ ਘਟੀ ਹੋਵੇ ਡਿਵਾਈਡਡ ਬਾਈ परिणामां ਦੀ ਕੁੱਲ ਸੰਖਿਆ। ਹੁਣ परिणामां ਦੀ ਕੁੱਲ ਸੰਖਿਆ ਸਾਡੇ ਕੋਲ ਕਿੰਨੀ ਹੈ, 10, ਕਿਉਂਕਿ ਕੁੱਲ ਪਰਚੀਆਂ ਕਿੰਨੀਆਂ ਨੇ, 10। ਹੁਣ ਉੱਪਰ ਕੀ ਲਿਖਾਂਗੇ ਅਸੀਂ, ਜਿਸ ਵਿੱਚ ਘਟਨਾ ਘਟੀ ਹੋਵੇ ਉਹ परिणामां ਦੀ ਸੰਖਿਆ। ਤੇ ਘਟਨਾ ਕਿਹੜੀ ਦਰਸਾਈ ਗਈ ਹੈ ਕਿ ਜਿਹਦੇ ਵਿੱਚ ਇੱਕ ਅੰਕ ਆਵੇ। ਪਰਚੀਆਂ ਦੇ ਉੱਪਰ 1 ਤੋਂ ਲੈ ਕੇ 10 ਤੱਕ ਦੇ ਨੰਬਰ ਲਿਖੇ ਹੈ, ਉਹਨਾਂ ਵਿੱਚੋਂ ਇੱਕ ਅੰਕ ਕਿੰਨਾ ਪਰਚੀਆਂ 'ਤੇ ਆ ਰਿਹਾ ਹੈ, 1 ਤੋਂ ਲੈ ਕੇ 9 ਤੱਕ ਸੰਖਿਆਵਾਂ ਦਾ। ਇਹਦਾ ਮਤਲਬ 9 ਉੱਪਰ ਆਵੇਗਾ ਔਰ ਸਾਡੇ ਕੋਲ ਪ੍ਰੋਬੇਬਿਲਿਟੀ ਬਣ ਜਾਏਗੀ 9/10 ਕਿ 10 ਪਰਚੀਆਂ ਵਿੱਚੋਂ ਇੱਕ ਅੰਕ ਲਿਖਿਆ ਹੈ 9 ਪਰਚੀਆਂ ਦੇ ਉੱਪਰ। ਤੇ ਸਾਡੇ ਕੋਲ ਆ ਜਾਏਗਾ ਆਨਸਰ ਆਪਸ਼ਨ ਨੰਬਰ 2। ਅਗਲਾ ਕੁਐਸਚਨ ਕਰਦੇ ਹਾਂ। ਅਗਲਾ ਕੁਐਸਚਨ ਹੈ 11ਵਾਂ, find the number of sides of the regular polygon whose each exterior angle has a measure of 45 degree. ਇੱਕ ਸਮਭੁਜੀ ਬਹੁਭੁਜ ਦੇ ਹਰੇਕ ਬਾਹਰੀ ਕੋਣ ਦਾ ਮਾਪ 45 ਡਿਗਰੀ ਹੈ ਤੇ ਭੁਜਾਵਾਂ ਦੀ ਗਿਣਤੀ ਪਤਾ ਕਰੋ, ਭੁਜਾਵਾਂ ਦੀ ਸੰਖਿਆ ਪਤਾ ਕਰੋ। ਅਸੀਂ ਜਾਣਦੇ ਹਾਂ ਕਿ ਜਿਹੜੀ ਵੀ ਕੋਈ ਵੀ ਸਮ ਬਹੁਭੁਜ ਹੁੰਦੀ ਹੈ ਉਸ ਦੇ ਬਾਹਰੀ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ। ਦੇਖੋ ਸਾਡੇ ਕੋਲ ਇੱਕ ਟਰਾਇੰਗਲ ਹੈ, ਚਤੁਰਭੁਜ ਹੈ, ਪੰਜਭੁਜ ਹੈ, ਛੇਭੁਜ ਹੈ, ਲੇਕਿਨ ਇਹਦੇ ਸਾਰੇ ਬਾਹਰੀ ਕੋਣਾਂ ਦਾ ਜੋੜ ਅਗਰ ਅਸੀਂ ਕਰੀਏ ਤੇ ਹੋਏਗਾ 360 ਡਿਗਰੀ। ਇਸੇ ਬੇਸ 'ਤੇ ਅਸੀਂ ਇੱਕ ਫਾਰਮੂਲਾ ਅਪਲਾਈ ਕਰਦੇ ਹਾਂ ਕਿ ਭੁਜਾਵਾਂ ਦੀ ਗਿਣਤੀ, ਭੁਜਾਵਾਂ ਦੀ ਸੰਖਿਆ ਕਿਵੇਂ ਅਸੀਂ ਪਤਾ ਕਰਾਂਗੇ। ਉੱਪਰ ਹੋਏਗਾ ਪੂਰਨ ਕੋਣ 360 ਡਿਗਰੀ ਬਟਾ ਹਰੇਕ ਕੋਣ ਵਿੱਚੋਂ ਜਿਹੜਾ ਤੁਹਾਨੂੰ ਦਿੱਤਾ ਹੋਇਆ 45 ਡਿਗਰੀ ਦਿੱਤਾ ਹੋਇਆ, ਤੁਸੀਂ 45 ਨਾਲ ਡਿਵਾਈਡ ਕਰ ਦਿਓ। ਇਹ ਸਾਡੇ ਕੋਲ ਫਿਰ ਆਨਸਰ ਆ ਜਾਏਗਾ 8। ਤੇ ਸਾਡੇ ਕੋਲ ਇੱਥੇ ਭੁਜਾਵਾਂ ਦੀ ਗਿਣਤੀ ਕਿੰਨੀ ਆ ਗਈ, 8। ਅਗਲਾ ਕੁਐਸਚਨ ਕਰਦੇ ਹਾਂ। 12ਵਾਂ ਕੁਐਸਚਨ, ਹਾਊ ਮੈਨੀ ਨੰਬਰਸ ਆਰ ਪਰਫੈਕਟ ਕਿਊਬ ਫਰੋਮ 1 to 1000? 1 ਤੋਂ 1000 ਤੱਕ ਕਿੰਨੇ ਨੰਬਰ ਪੂਰਨ ਘਣ ਹੁੰਦੇ ਹਨ। ਹੁਣ ਦੇਖੋ 1 ਦੀ ਪਾਵਰ ਅਗਰ ਅਸੀਂ 3 ਕਰੀਏ, 1 ਦਾ ਕਿਊਬ ਕਰੀਏ, ਉਹਦਾ ਆਨਸਰ ਵੀ 1 ਆਏਗਾ। ਇਸੇ ਤਰ੍ਹਾਂ ਅਗਰ ਅਸੀਂ 10 ਦਾ ਕਰੀਏ, 10 ਦੀ ਪਾਵਰ 3 ਕਰੀਏ ਤੇ ਉਹਦਾ ਆਨਸਰ ਕਿੰਨਾ ਆ ਰਿਹਾ ਸਾਡੇ ਕੋਲ, 1000 ਆਂਦਾ ਨਾ ਇੱਥੇ 1000। 10 ਦੀ ਪਾਵਰ 3 ਕਰੀਏ, 10 ਦਾ ਅਗਰ ਅਸੀਂ ਕਿਊਬ ਕਰੀਏ ਤੇ ਉਹਦਾ ਆਨਸਰ ਆਂਦਾ 1000। ਹੁਣ ਸੰਖਿਆਵਾਂ ਕਿੰਨੀਆਂ ਹੋ ਗਈਆਂ, 1 ਤੋਂ ਲੈ ਕੇ 10 ਤੱਕ
ठीक है, ਉਹਨਾਂ ਦਾ ਅਸੀਂ ਘਣ ਕੀਤਾ ਤੇ ਸਾਡੇ ਕੋਲ 1 ਤੋਂ ਲੈ ਕੇ 1000 ਤੱਕ ਸੰਖਿਆਵਾਂ ਆ ਗਈਆਂ ਤੇ ਫਿਰ ਸਾਡੇ ਕੋਲ ਸੰਖਿਆਵਾਂ ਦੀ ਗਿਣਤੀ ਕਿੰਨੀ ਆ ਗਈ ਜਿਨ੍ਹਾਂ ਦਾ ਪੂਰਨ ਘਣ ਕਰੀਏ ਤੇ 1 ਤੋਂ ਲੈ ਕੇ 1000 ਤੱਕ ਗਿਣਤੀ ਹੁੰਦੀ ਹੈ, ਉਹ ਹੈ 10। ਅਗਲਾ ਕੁਐਸਚਨ ਕਰਦੇ ਹਾਂ। In the following graph, particular class watch TV during holidays is shown. How many students spend more than 5 hours in watching TV? ਹੇਠਾਂ ਦਿੱਤੇ ਗ੍ਰਾਫ ਵਿੱਚ ਕਿਸੇ ਜਮਾਤ ਦੁਆਰਾ ਛੁੱਟੀਆਂ ਵਿੱਚ ਟੀਵੀ ਦੇਖਣ ਦੇ ਸਮੇਂ ਨੂੰ ਦਰਸਾਇਆ ਗਿਆ ਹੈ। ਕਿੰਨੇ ਵਿਦਿਆਰਥੀਆਂ ਨੇ 5 ਘੰਟੇ ਤੋਂ ਵੱਧ ਸਮਾਂ ਟੀਵੀ ਦੇਖਿਆ? ਗ੍ਰਾਫ ਵੱਲ ਦੇਖੋ, ਐਕਸ ਐਕਸਿਸ ਵਾਲੀ ਸਾਈਡ ਤੇ ਆਵਰਸ ਆਫ ਟੀਵੀ ਵਾਚਡ ਪਰ ਡੇ ਘੰਟਿਆਂ ਦੀ ਸੰਖਿਆ ਲਿਖੀ ਹੋਈ ਹੈ, ਵਾਈ ਐਕਸਿਸ ਵਾਲੀ ਸਾਈਡ ਤੇ ਨੰਬਰ ਆਫ ਸਟੂਡੈਂਟਸ ਲਿਖੇ ਹੋਏ ਨੇ। ਅਸੀਂ ਪਤਾ ਕਰਨਾ ਹੈ 5 ਘੰਟੇ ਤੋਂ ਵੱਧ ਸਮਾਂ ਕਿੰਨੇ ਵਿਦਿਆਰਥੀਆਂ ਨੇ ਦੇਖਿਆ। ਆ ਦੇਖੋ ਇੱਥੇ ਹੈ ਸਾਡੇ ਕੋਲ 5 ਘੰਟੇ ਔਰ 5 ਘੰਟੇ ਤੋਂ ਜ਼ਿਆਦਾ ਕਿੰਨੇ ਵਿਦਿਆਰਥੀਆਂ ਦੀ ਸੰਖਿਆ ਵਾ? 8 ਤੇ 6। 8 ਤੇ 6 ਕਿੰਨਾ ਹੋ ਗਿਆ ਸਾਡੇ ਕੋਲ? 14 ਤੇ ਸਾਡਾ ਫਿਰ ਆਨਸਰ ਆਏਗਾ 14 ਕਿ 14 ਵਿਦਿਆਰਥੀਆਂ ਨੇ 8 ਘੰਟੇ ਤੋਂ 5 ਘੰਟੇ ਤੋਂ ਵੱਧ ਟੀਵੀ ਦੇਖਿਆ। ਅਗਲਾ ਕੁਐਸਚਨ ਕਰੀਏ। Find the smallest number to be added in 1300 to make it perfect square. 1300 ਨੂੰ ਪੂਰਨ ਵਰਗ ਬਣਾਉਣ ਲਈ ਉਸ ਵਿੱਚ ਜੋੜਨ ਵਾਲੀ ਸਭ ਤੋਂ ਛੋਟੀ ਸੰਖਿਆ ਲੱਭੋ। ਇਹਦਾ ਇੱਕ ਈਜ਼ੀ ਮੈਥਡ ਹੈ, ਤੁਸੀਂ ਯਾਦ ਵੀ ਕੀਤਾ ਹੋਏਗਾ ਕਿ ਜਿਹੜੇ ਪੂਰਨ ਘਣ ਹੁੰਦੇ ਨੇ, ਵੈਸੇ ਅਸੀਂ 1 ਤੋਂ ਲੈ ਕੇ 20 ਤੱਕ ਸੰਖਿਆਵਾਂ ਦੇ ਕੀਤੇ ਨੇ ਔਰ ਤੁਸੀਂ ਫੋਕਸ ਕਰਨਾ 1300 ਤੇ। ਦੇਖੋ ਇੱਕ ਚਾਰਟ ਹੈ ਸਾਡੇ ਕੋਲ, ਟੇਬਲ ਆਫ ਸਕੇਅਰ ਫਰੋਮ 1 to 100। ਇਹਦੇ ਵਿੱਚ ਚਾਰਟ ਬਣਿਆ ਹੋਇਆ ਜਿੱਥੇ ਸਾਰੇ ਸਕੇਅਰ ਦਿੱਤੇ ਗਏ ਨੇ। ਇਹਦੇ 'ਚ 1300 ਅਸੀਂ ਲੱਭਦੇ ਹਾਂ। 1300 ਕਿਹੜੀ ਲਾਈਨ ਦੇ ਵਿੱਚ ਹੈ? ਇੱਧਰ ਦੇਖੋ, ਆਹ ਦੇਖੋ ਪੂਰਨ ਵਰਗ 1300 ਸੰਖਿਆ ਇੱਕੋ ਤੇ ਆ ਰਹੀ ਹੈ, ਉਹ ਹੈਗਾ 37 ਦਾ ਵਰਗ ਕਰੀਏ ਤੇ 1369 ਬਣ ਰਿਹਾ। ਠੀਕ ਹੈ, ਤੁਸੀਂ ਯਾਦ ਹੀ ਕਰ ਲਓ ਕਿ 1300 ਵਾਲੀ ਲਾਈਨ 'ਚ ਸਿਰਫ 1369 ਹੀ ਹੈ ਜਿਹੜਾ ਪੂਰਨ ਵਰਗ ਕਿਸੇ ਸੰਖਿਆ ਦਾ ਹੋ ਸਕਦਾ ਹੈ ਔਰ ਉਹ ਕਿਹਦਾ ਪੂਰਨ ਵਰਗ ਹੈ? 37 ਦਾ ਵਰਗ ਅਸੀਂ ਕਰੀਏ ਤੇ ਉਹਦਾ ਆਨਸਰ ਆਏਗਾ 1369। ਕਿਉਂਕਿ 36 ਦਾ ਵਰਗ ਕਰ ਰਿਹਾ ਤੇ ਉਹ 1200 ਦੀ ਲਾਈਨ 'ਚ ਰਹਿ ਰਿਹਾ ਹੈ। ਅਗਰ ਅਸੀਂ 38 ਦਾ ਵਰਗ ਕਰ ਰਹੇ ਹਾਂ ਤੇ 1400 ਦੀ ਲਾਈਨ ਦੇ ਵਿੱਚ ਹੈ। 1300 ਵਿੱਚੋਂ ਇੱਕ ਹੀ ਹੈ, ਉਹ ਹੈਗਾ 1369 ਤੇ ਫਿਰ ਇਹਦਾ ਰਾਈਟ ਆਨਸਰ ਆਏਗਾ ਕਿ ਅਸੀਂ ਕਿਹੜੀ ਸੰਖਿਆ ਨੂੰ ਐਡ ਕੀਤਾ 1300 ਦੇ ਵਿੱਚ ਤਾਂ ਕਿ ਉਹ ਪੂਰਨ ਵਰਗ ਬਣ ਜੇ ਤੇ ਉਹ ਸੀਗਾ 1369। ਇਹਦਾ ਮਤਲਬ ਅਸੀਂ 69 ਵਿੱਚ ਐਡ ਕੀਤਾ ਤੇ ਸਾਡੇ ਕੋਲ ਆਨਸਰ ਆ ਗਿਆ ਇਹ ਸੈਕਿੰਡ ਵਾਲੀ ਆਪਸ਼ਨ 69। ਅਗਲਾ ਕੁਐਸਚਨ ਕਰਦੇ ਹਾਂ। ਫਾਈਂਡ ਦ ਸਮੈਲੈਸਟ ਨੰਬਰ ਬਾਈ ਵਿਚ 192 ਮਸਟ ਬੀ ਡਿਵਾਈਡਡ ਟੂ ਮੇਕ ਇਟ ਅ ਪਰਫੈਕਟ ਕਿਊਬ। 192 ਨੂੰ ਪੂਰਨ ਘਣ ਬਣਾਉਣ ਲਈ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਭਾਗ ਕੀਤਾ ਜਾਵੇ? ਤੁਸੀਂ ਕੀ ਕਰਨਾ ਹੈ? 192 ਦਾ ਘਣ ਮੂਲ ਪਤਾ ਕਰੋ। ਕਿਵੇਂ ਕਰਦੇ ਅਸੀਂ? ਅਭਾਜ ਗੁਣਨਖੰਡ ਵਿਧੀ ਰਾਹੀਂ। ਇਹਦੇ ਅਸੀਂ ਅਭਾਜ ਗੁਣਨਖੰਡ ਬਣਾ ਲਏ। 2 ਤੇ ਗਿਆ ਸਾਡੇ ਕੋਲ, ਇਹ ਆ ਗਿਆ ਸਾਡੇ ਕੋਲ 9 ਦੂਣੀ 18, 6 ਦੂਣੀ 12, 96 ਆ ਗਿਆ। ਫਿਰ ਇਹ 2 ਤੇ ਜਾਏਗਾ, ਇਹ ਆ ਜਾਏਗਾ ਸਾਡੇ ਕੋਲ 4 ਦੂਣੀ 8 ਤੇ 8 ਦੂਣੀ 16, 48 ਆ ਗਿਆ। ਫਿਰ ਇਹ 2 ਤੇ ਜਾਏਗਾ, 2 ਤੇ ਪੂਰਾ ਭਾਗ ਹੋ ਜਾਏਗਾ, ਇਹ ਬਣ ਜਾਏਗਾ ਸਾਡੇ ਕੋਲ 24। ਇਸੇ ਤਰ੍ਹਾਂ 24 ਫਿਰ 2 ਤੇ ਡਿਵਾਈਡ ਕਰਾਂਗੇ ਅਸੀਂ ਇਹਨੂੰ ਔਰ ਸਾਡੇ ਕੋਲ ਆਨਸਰ ਆ ਜਾਏਗਾ 12। ਫਿਰ ਇਹ ਪੂਰਾ ਜਾਏਗਾ 6 ਤੇ, ਫਿਰ ਅਸੀਂ 2 ਤੇ ਇਹਨੂੰ ਭਾਗ ਕਰਾਂਗੇ ਤੇ ਆਨਸਰ ਆ ਜਾਏਗਾ 3। ਕਿਦੋਂ ਤੱਕ ਅਸੀਂ ਕਰੀ ਜਾਣਾ? ਜਿੰਨੀ ਦੇਰ ਤੱਕ ਹੇਠਾਂ 1 ਨਹੀਂ ਆਉਂਦਾ ਤੇ 3 ਏਕਮ 3 ਆ ਗਿਆ। ਹੁਣ ਘਣ ਜਦੋਂ ਅਸੀਂ ਘਣ ਮੂਲ ਕੱਢਦੇ ਹਾਂ ਕਿਸੇ ਸੰਖਿਆ ਦਾ ਤੇ ਕਿਵੇਂ ਕਰਦੇ ਹਾਂ? ਉਸ ਸੰਖਿਆ ਦੇ ਭਾਜ ਗੁਣਨਖੰਡ ਬਣਾ ਕੇ ਉਹਦੇ 3 ਦੇ ਜੋਟੇ ਬਣਾ ਲੈਂਦੇ ਹਾਂ। ਆ ਦੇਖੋ 3 ਦੇ ਜੋਟੇ ਬਣ ਗਏ, ਇੱਕ ਜੋਟਾ ਇਹ ਬਣ ਗਿਆ, ਇੱਕ ਸਾਡੇ ਕੋਲ ਇਹ ਬਣ ਗਿਆ ਔਰ ਇਕੱਲੀ ਰਕਮ ਕਿਹੜੀ ਬਚ ਗਈ ਸਾਡੇ ਕੋਲ? 3। ਇਹਦਾ ਮਤਲਬ 3 ਉਹ ਸੰਖਿਆ ਹੈ ਜਿਸ ਨੂੰ 192 ਨਾਲ ਭਾਗ ਕੀਤਾ ਜਾਵੇ ਤਾਂ ਪੂਰਨ ਘਣ ਬਣ ਸਕਦੀ ਹੈ ਤੇ ਆਨਸਰ ਆ ਗਿਆ ਸਾਡੇ ਕੋਲ 3। ਅਗਲਾ ਕੁਐਸਚਨ ਨੰਬਰ 16। 2025 plants have been planted in a garden in such a manner that number of lines and number of plants in that line is equal. Find number of lines and number of plants in each line. ਇੱਕ ਬਾਗ ਵਿੱਚ 2025 ਪੌਦੇ ਇਸ ਤਰ੍ਹਾਂ ਲਗਾਏ ਹਨ ਕਿ ਹਰੇਕ ਲਾਈਨ ਵਿੱਚ ਓਨੇ ਹੀ ਪੌਦੇ ਹਨ ਜਿੰਨੀਆਂ ਲਾਈਨਾਂ ਦੀ ਸੰਖਿਆ ਹੈ। ਲਾਈਨਾਂ ਦੀਆਂ ਸੰਖਿਆਵਾਂ ਅਤੇ ਹਰੇਕ ਲਾਈਨ ਵਿੱਚ ਪੌਦਿਆਂ ਦੀਆਂ ਸੰਖਿਆਵਾਂ ਪਤਾ ਕਰੋ। ਇਹ ਜਿਹੜਾ ਕੁਐਸਚਨ ਹੈ ਇਹ ਹੈ ਵਰਗ ਤੇ ਵਰਗਮੂਲ ਦੇ ਐਪਲੀਕੇਸ਼ਨ ਬੇਸਡ ਕੁਐਸਚਨ। ਇਹਦਾ ਮਤਲਬ ਹੈ ਕਿ ਸਾਡੇ ਕੋਲ ਜਿਹੜੇ 2 ਨੰਬਰ ਆਣਗੇ, ਬਰਾਬਰ ਲਾਈਨਾਂ ਦੇ ਵਿੱਚ ਬਰਾਬਰ ਪੌਦੇ ਲਗਾਉਣੇ ਹਨ। 2 ਇੱਕੋ ਜਿਹੀਆਂ ਸੰਖਿਆਵਾਂ ਦੀ ਆਪਸੀ ਗੁਣਾ ਹੀ ਸਾਡਾ ਜਵਾਬ ਹੋਵੇਗੀ। ਇਹਦਾ ਮਤਲਬ ਇਹ ਕਿਹੜਾ ਟੌਪਿਕ ਹੋ ਗਿਆ? ਫਿਰ ਵਰਗ ਦਾ। ਠੀਕ ਹੈ ਕਿ ਇੱਕੋ ਜਿਹੀਆਂ
ਦੋ ਸੰਖਿਆਵਾਂ ਦੇਖੋ 35 ਨੂੰ 35 ਨਾਲ ਗੁਣਾ ਜਾਂ 45 ਨੂੰ 45 ਨਾਲ ਗੁਣਾ ਕੀਤੀ ਹੋਵੇ ਜਾਂ 55 ਨੂੰ 55 ਨਾਲ ਜਾਂ 65 ਨੂੰ 65 ਨਾਲ ਗੁਣਾ ਕਰਕੇ ਦੇਖੋ ਜਿਹਦਾ ਜਵਾਬ 2025 ਆਵੇਗਾ ਉਹੀ ਸਾਡਾ ਆਨਸਰ ਹੋਵੇਗਾ। ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ 2025 ਦਾ ਵਰਗਮੂਲ ਕੱਢ ਲਓ ਤੇ ਉਹ ਸਾਡੇ ਕੋਲ ਆ ਜਾਏਗਾ 45 ਤੇ ਸਾਡਾ ਆਨਸਰ ਆ ਗਿਆ ਸੈਕਿੰਡ ਵਾਲੀ ਆਪਸ਼ਨ 45 ਲਾਈਨਾਂ ਤੇ 45 ਪੌਦੇ। For the pie chart of given data, what will be the central angle for the butterscotch flavor category? ਦਿੱਤੇ ਅੰਕੜੇ ਤੋਂ ਪਾਈ ਚਾਰਟ ਲਈ ਬਟਰਸਕੌਚ ਦੇ ਸਵਾਦ ਦਾ ਕੇਂਦਰੀ ਕੋਣ ਪਤਾ ਕਰੋ। ਸਾਨੂੰ ਇੱਕ ਅੰਕੜੇ ਦਿੱਤੇ ਗਏ ਨੇ ਸਾਰਨੀ ਦੇ ਵਿੱਚ, ਜਿਹਦੇ ਵਿੱਚ ਵਨੀਲਾ ਨੰਬਰ ਆਫ ਚਿਲਡਰਨ 3 ਨੇ, ਬਟਰਸਕੌਚ 5, ਚਾਕਲੇਟ ਲਈ 3 ਬੱਚੇ ਔਰ ਮੈਂਗੋ ਲਈ 4 ਬੱਚੇ। ਠੀਕ ਹੈ, ਅਸੀਂ ਕੀ ਪਤਾ ਕਰਨਾ ਹੈ ਬਟਰਸਕੌਚ ਦਾ ਕੇਂਦਰੀ ਕੋਣ ਪਤਾ ਕਰਨਾ ਹੈ। ਕੇਂਦਰੀ ਕੋਣ ਪਤਾ ਕਰਨ ਵਾਸਤੇ ਸਭ ਤੋਂ ਪਹਿਲੇ ਸਾਨੂੰ ਬਟਰਸਕੌਚ ਦੀ ਪਿੰਨ ਚਾਹੀਦੀ ਹੈ ਕਿ ਉਹਦਾ ਕਿੰਨਵਾਂ ਹਿੱਸਾ, ਠੀਕ ਹੈ, ਪੂਰਾ ਜਿਹੜਾ ਪਾਈ ਚਾਰਟ ਹੈ ਉਹਦਾ ਕਿੰਨਵਾਂ ਹਿੱਸਾ ਜਿਹੜਾ ਬਟਰਸਕੌਚ ਦੇ ਹਿੱਸੇ ਆ ਰਿਹਾ ਹੈ। ਤੇ ਪਿੰਨ ਪਤਾ ਕਰਨ ਵਾਸਤੇ ਅਸੀਂ ਕੀ ਕਰਾਂਗੇ ਕੁੱਲ ਜੋੜ ਕਰ ਲਾਂਗੇ ਸਾਰੇ ਅੰਕੜਿਆਂ ਦਾ। ਸਾਰੇ ਅੰਕੜਿਆਂ ਦਾ ਕੁੱਲ ਜੋੜ ਕਿੰਨਾ ਹੋ ਗਿਆ ਸਾਡੇ ਕੋਲ 15। 3 ਤੇ 5 8, 8 3 11, 11 ਤੇ 4 15। ਹੁਣ ਇਹਦੇ ਵਿੱਚੋਂ ਅਸੀਂ ਬਟਰਸਕੌਚ ਦਾ ਹਿੱਸਾ ਲੱਭ ਲੈਂਦੇ ਹਾਂ। ਇਹ ਬਣ ਗਿਆ ਸਾਡੇ ਕੋਲ 5/15 ਔਰ ਪਿੰਨ ਨੂੰ ਸੋਲਵ ਕਰਕੇ ਆ ਗਿਆ 1/3। ਠੀਕ ਹੈ, ਹੁਣ ਸਾਡੇ ਕੋਲ ਪਿੰਨ ਬਣ ਗਈ। ਪਿੰਨ ਨੂੰ ਅਸੀਂ ਕਿਹਦੇ 'ਚ ਕਨਵਰਟ ਕਰਨਾ ਹੈ ਕੇਂਦਰੀ ਕੋਣ ਦੇ ਵਿੱਚ। ਅਤੇ ਅਸੀਂ ਕਿੱਦਾਂ ਕਰਦੇ ਹਾਂ ਪਿੰਨ ਨੂੰ 360 ਜਿਹੜਾ ਪੂਰਾ ਪਾਈ ਚਾਰਟ ਦੇ ਅੰਦਰੂਨੀ ਕੇਂਦਰੀ ਕੋਣ ਹੁੰਦਾ ਹੈ ਪੂਰਾ ਹੁੰਦਾ 360 ਡਿਗਰੀ ਔਰ ਉਹਨੂੰ ਅਸੀਂ ਪਿੰਨ ਦੇ ਨਾਲ ਗੁਣਾ ਕਰ ਦਿੰਦੇ ਹਾਂ ਅਤੇ ਸਾਡੇ ਕੋਲ ਆਨਸਰ ਆ ਜਾਏਗਾ 120 ਡਿਗਰੀ। 360 ਨੂੰ 3 ਨਾਲ ਭਾਗ ਕਰ ਲਓ ਔਰ ਆ ਗਿਆ ਸਾਡੇ ਕੋਲ 360 ਦਾ ਤੀਸਰਾ ਹਿੱਸਾ 120 ਡਿਗਰੀ ਆਨਸਰ ਆ ਗਿਆ। ਨੈਕਸਟ ਅਸੀਂ ਕਰਦੇ ਹਾਂ ਅਗਲਾ ਕੁਐਸਚਨ। ਅਗਲਾ ਕੁਐਸਚਨ ਹੈ ਸਾਡਾ The value of 10 plus under root 36 is 10 ਜਮਾ ਵਰਗਮੂਲ 36 ਦਾ ਮੁੱਲ ਕੀ ਹੈ। 10 ਜਮਾ ਵਰਗਮੂਲ 36 ਇਹ ਅਸੀਂ ਕਿੱਦਾਂ ਕਰਨਾ ਹੈ ਵਰਗਮੂਲ 36 ਦਾ ਸਾਨੂੰ ਪਤਾ ਹੈ 6 ਛਿਕਾ 36 ਔਰ ਇਹਦਾ ਵਰਗਮੂਲ ਆ ਗਿਆ ਸਾਡੇ ਕੋਲ 6। ਠੀਕ ਹੈ, 36 ਦਾ ਵਰਗਮੂਲ 6 ਤੇ ਇਹਦੇ ਵਿੱਚ ਅਸੀਂ ਫਿਲ ਕਰ ਦਿਓ ਜਿੱਥੇ ਵਰਗਮੂਲ 36 ਅਤੇ 6 ਲਿਖ ਦਿਓ ਤੇ 10 ਤੇ 6 ਕਿੰਨੇ ਬਣ ਗਏ ਸਾਡੇ ਕੋਲ 16। ਸਾਡਾ ਆਨਸਰ ਆ ਗਿਆ ਸੈਕਿੰਡ ਵਾਲੀ ਆਪਸ਼ਨ 16। ਅਗਲਾ ਅਸੀਂ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 19। 24389 is a perfect cube. Find the units digit of its cube root. 24399 ਇੱਕ ਪੂਰਨ ਘਣ ਹੈ। ਇਸ ਦੇ ਘਣ ਮੂਲ ਦਾ ਇਕਾਈ ਅੰਕ ਲੱਭੋ। ਅਸੀਂ ਕਰਨਾ ਇਕਾਈ ਦਾ ਅੰਕ ਲੱਭਣਾ। ਠੀਕ ਹੈ, ਉਹਦੇ ਵਾਸਤੇ ਅਸੀਂ ਕੀ ਕਰਦੇ ਹਾਂ ਸਿਰਫ ਇਕਾਈ ਸਥਾਨ ਵਾਲਾ ਅੰਕ ਦੇਖਦੇ ਹਾਂ ਤੇ ਉਹਦੇ ਨਾਲ ਡਾਇਰੈਕਟ ਅਸੀਂ ਪਤਾ ਕਰ ਸਕਦੇ ਹਾਂ ਕਿ ਕਿਸੇ ਵੀ ਸੰਖਿਆ ਦਾ ਇਕਾਈ ਦਾ ਅੰਕ ਕੀ ਆਵੇਗਾ। ਅਸੀਂ ਕਿੱਦਾਂ ਕਰਨਾ ਹੈ ਤੁਹਾਨੂੰ ਮੈਂ ਪੂਰਾ ਹੀ ਸਿਖਾ ਦਿੰਦੀ ਹਾਂ। 1 ਤੋਂ ਲੈ ਕੇ 9 ਤੱਕ ਦੇ ਜਿੰਨੇ ਵੀ ਡਿਜਿਟ ਨੇ ਉਹ ਸਾਰੇ ਲਿਖ ਲੈਣੇ ਆ। ਸਾਰਿਆਂ ਦਾ ਇਕਾਈ ਸਥਾਨ ਕਿਵੇਂ ਪਤਾ ਕਰ ਸਕਦੇ ਹਾਂ। ਹੁਣ 1 ਦਾ ਤੁਸੀਂ ਯਾਦ ਰੱਖਣਾ 1 ਹੀ ਆਉਂਦਾ ਹੈ। ਠੀਕ ਹੈ, ਇੱਕ ਪੂਰਨ ਘਣ ਕੋਈ ਵੀ ਹੋਵੇ 1 ਉਹਦੇ ਯੂਨਿਟ ਪਲੇਸ 'ਤੇ ਹੋਵੇ ਅਤੇ ਉਹਦਾ ਆਨਸਰ ਵੀ 1 ਦੇ ਵਿੱਚ ਉਹਦੇ ਇਕਾਈ ਸਥਾਨ 'ਚ ਵੀ 1 ਹੀ ਹੋਏਗਾ। 4 ਵਾਲੀ ਟਰਮ ਦੇ ਇਕਾਈ ਸਥਾਨ 'ਤੇ ਵੀ 4 ਹੋਵੇਗਾ, 5 ਵਾਲੇ 'ਤੇ ਵੀ 5 ਹੋਵੇਗਾ, 6 'ਤੇ ਵੀ ਸੇਮ, 9 'ਤੇ ਵੀ ਸੇਮ ਹੀ ਹੋਵੇਗਾ। ਫਰਕ ਕਿੱਥੇ ਆਵੇਗਾ ਸਾਡੇ ਕੋਲ ਇਹ ਵਾਲੀਆਂ ਆਪਸ਼ਨਸ 'ਤੇ। ਜਿਹੜਾ 3 ਹੋਏਗਾ 2 ਦਾ ਜਿਹੜਾ ਹੈ ਉਹਦੀ ਵੈਲਿਊ ਆਏਗੀ 8 ਅਤੇ ਜੇ 8 ਹੋਏਗਾ ਇਕਾਈ ਸਥਾਨ 'ਤੇ ਉਹਦੀ ਵੈਲਿਊ ਆਏਗੀ 2। ਇਸੇ ਤਰ੍ਹਾਂ 3 ਅਤੇ 7 ਨੂੰ ਆਪਸ 'ਚ ਪੇਅਰ ਬਣਾ ਦਿੰਦੇ ਹਾਂ। ਠੀਕ ਹੈ, 3 ਦਾ ਜੇ ਅਸੀਂ ਘਣ ਮੂਲ ਕਰੀਏ ਤਾਂ ਉਹਦਾ ਆਨਸਰ ਇਕਾਈ ਸਥਾਨ 'ਤੇ 7 ਆਵੇਗਾ ਅਤੇ 7 ਵਾਲੇ 'ਤੇ 3 ਆਵੇਗਾ। ਇਸੇ ਤਰ੍ਹਾਂ ਸਾਡੇ ਕੋਲ ਕੀ ਸੀਗਾ 9 ਸੀਗਾ ਅਤੇ ਸਾਡਾ ਆਨਸਰ ਆ ਗਿਆ 9। ਲਾਸਟ ਕੁਐਸਚਨ ਕਰਦੇ ਹਾਂ ਕੁਐਸਚਨ ਨੰਬਰ 20। Observe the pie chart given below and the answer which color receive 1/5 of the vote. ਹੇਠਾਂ ਦਿੱਤੇ ਪਾਈ ਚਾਰਟ ਨੂੰ ਵੇਖੋ ਅਤੇ ਜਵਾਬ ਦਿਓ ਕਿਸ ਰੰਗ ਨੂੰ 1/5 ਵੋਟਾਂ ਪਈਆਂ ਹਨ। ਸਾਨੂੰ ਪਾਈ ਚਾਰਟ ਦੇ ਵਿੱਚ ਪਰਸੈਂਟੇਜ ਦਿੱਤੀ ਗਈ ਹੈ 25%, 35% ਹੈ, 6% ਹੈ, 14% ਹੈ ਅਤੇ 20% ਹੈ। ਅਸੀਂ ਕੀ ਲੱਭਣਾ ਹੈ ਕਿ ਹਰੇਕ ਪਰਸੈਂਟੇਜ 'ਚ ਦੇਖੋ ਉਹਨੂੰ ਭਿੰਨ ਰੂਪ 'ਚ ਬਦਲ ਲਓ ਅਤੇ ਸਾਡਾ ਆਨਸਰ ਆ ਜਾਏਗਾ। ਪਰਸੈਂਟੇਜ ਨੂੰ ਭਿੰਨ ਦੇ ਵਿੱਚ ਕਿੱਦਾਂ ਬਦਲੀਦਾ ਹੈ ਦੇਖੋ, ਜੇ 25 ਹੋਵੇ ਤਾਂ ਅਸੀਂ ਕੀ ਕਰਾਂਗੇ 25/100 ਕਰ ਲਓ ਅਤੇ ਇਹਦੀ ਭਿੰਨ ਕਿੰਨੀ ਬਣ ਗਈ ਸਾਡੇ ਕੋਲ 1/4 ਭਿੰਨ ਬਣ ਗਈ। ਇਸੇ ਤਰ੍ਹਾਂ 1/5 ਭਿੰਨ ਕਿਹਦੀ ਲੱਗ ਰਹੀ ਹੈ ਸਾਨੂੰ ਆ ਦੇਖੋ 20 ਹੈ, 20/100 ਕਰ ਲਓ। ਠੀਕ ਹੈ, 20% ਪਰਸੈਂਟੇਜ ਨੂੰ ਭਿੰਨ ਰੂਪ 'ਚ ਬਦਲਣਾ ਹੈ। 20/100 ਕਰ ਲਿਆ, ਇਹ ਸਾਡੇ ਕੋਲ ਆ ਗਿਆ 1/5। ਇਹਦਾ ਮਤਲਬ ਸਾਡਾ ਰਾਈਟ ਆਨਸਰ ਫਿਰ ਕਿਹੜਾ ਹੋਏਗਾ 20% ਵਾਲਾ ਜਿਹੜਾ ਭਾਗ ਹੈ ਉਹ ਕਿਹੜਾ ਭਾਗ ਹੈ ਉਹ ਹੈ ਹਰਾ ਭਾਗ।
ਇਸ ਕਰਕੇ ਗ੍ਰੀਨ ਵਾਲਾ ਇਹਦਾ ਰਾਈਟ ਆਨਸਰ ਆਵੇਗਾ। ਮੈਨੂੰ ਆਸ ਹੈ ਕਿ ਤੁਹਾਨੂੰ ਸਾਰੇ ਕੁਐਸਚਨਸ ਵੀ ਸਮਝ ਆਏ ਹੋਣਗੇ ਅਤੇ ਉਹਨਾਂ ਦੀ ਆਨਸਰਿੰਗ ਕੀ ਵੀ ਤੁਹਾਨੂੰ ਪਤਾ ਚੱਲ ਗਈ ਹੋਵੇਗੀ। ਹੁਣ ਤੁਸੀਂ ਆਪਣੇ ਆਨਸਰਸ ਇਸ ਆਨਸਰਿੰਗ ਕੀ ਨਾਲ ਮਿਲਾ ਕੇ ਆਪਣੇ ਸਕੋਰਸ ਦੇਖ ਸਕਦੇ ਹੋ। ਥੈਂਕ ਯੂ।